ਤੋਂ ਬਾਅਦ ਮੇਰਾ ਛੋਟਾ ਭਰਾ ਭਰਤੀ ਹੋਇਆ, ਉਹਨੇ 65 ਤੇ 71 ਦੀ 2 ਲੜਾਈਆਂ ਲੜੀਆਂ। ਵੀ ਸਾਨੂੰ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਬੰਬ ਹੁੰਦਾ ਮਾਇਨ ਜਿਹਨੂੰ ਕਹਿੰਦੇ ਨੇ ਵੀ ਉਹ ਦੱਬੀਆਂ ਹੋਈਆਂ ਸੀ, ਉਹ ਕੱਢਦੇ ਸੀਗੇ ਵੀ ਉਹ ਚੱਲੀ ਆ, ਉਹਦੇ 'ਚ 3 ਬੰਦੇ ਮਰੇ ਸੀ। ਕਿਉਂਕਿ ਸਾਨੂੰ ਤਾਂ ਨਾ ਉਹਦੀ ਕੋਈ ਲਾਸ਼ ਮਿਲੀ, ਹੁਣ ਤਾਂ ਫੌਜੀਆਂ ਦਾ ਪੂਰੇ ਸਨਮਾਨਾਂ ਨਾਲ ਸੰਸਕਾਰ ਹੁੰਦਾ, ਸਭ ਕੁਛ ਹੁੰਦਾ। ਅਸੀਂ ਤਾਂ ਉਹਦੀ ਸ਼ਕਲ ਵੀ ਨਹੀਂ ਦੇਖੀ, ਨਾ ਉਹਦੀ ਲਾਸ਼ ਆਈ। ਸਾਨੂੰ ਤਾਂ 1.5 ਮਹੀਨੇ ਬਾਅਦ ਹਸਤੀਆਂ ਮਿਲੀਆਂ ਸੀਗੀਆਂ। ਕਹਿੰਦੇ ਜਦੋਂ ਬਾਈ ਗਰਮੇਲ ਹੋਣੇ ਸ਼ਹੀਦ ਹੋਇਆ, ਕਿਹੜੀ ਯੂਨਿਟ ਸੀ, ਕਿੱਥੇ ਇਹਨਾਂ ਦੀ ਸ਼ਹੀਦੀ ਕਿੱਥੇ ਹੋਈ ਹੈ? ਸਿੱਕਮ 'ਚ ਹੋਈ ਆ ਜੀ, ਸਿੱਕਮ ਚਾਈਨਾ ਦੇ ਬਾਰਡਰ ਤੇ। ਬੰਗਾਲ ਇੰਜੀਨੀਅਰ ਸੀ ਇਹਨਾਂ ਦੀ। ਹਾਂਜੀ, ਲੈਸਨੈਕ ਸੀਗਾ ਇਹ। ਛੋਟੇ ਦਾ ਤਾਂ ਨਾਂ ਨਿਸ਼ਾਨ ਨਹੀਂ ਰਿਹਾ, ਘਰ ਵਾਲੀ ਵੀ ਮਰ ਗਈ, ਬੱਚੇ ਵੀ ਮਰ ਗਏ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਘੋੜੀਆ। ਦਰਸ਼ਕੋ, ਜਿੱਥੇ ਤੁਸੀਂ ਹਮਦਰਦ ਟੀਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੇਬਲ ਨੈਟਵਰਕ ਦੇ ਨਾਲ ਵੱਖ-ਵੱਖ ਸੈੱਟ ਬਾਕਸਾਂ ਤੇ ਦੇਖਦੇ ਹੋ, ਇਸ ਦੇ ਨਾਲ ਤੁਸੀਂ ਹਮਦਰਦ ਟੀਵੀ ਹੁਣ ਸੋਸ਼ਲ ਮੀਡੀਆ ਰਾਹੀਂ ਵੀ ਦੇਖ ਸਕਦੇ ਹੋ। ਸੋਸ਼ਲ ਮੀਡੀਆ ਰਾਹੀਂ ਹਮਦਰਦ ਟੀਵੀ ਨਾਲ ਜੁੜਨ ਲਈ ਸਾਡਾ ਫੇਸਬੁੱਕ ਪੇਜ ਹਮਦਰਦ ਮੀਡੀਆ ਗਰੁੱਪ ਲਾਈਕ ਕਰੋ, ਔਰ YouTube ਰਾਹੀਂ ਜੁੜਨ ਲਈ ਸਾਡਾ YouTube ਚੈਨਲ ਹਮਦਰਦ ਟੀਵੀ ਸਬਸਕ੍ਰਾਈਬ ਕਰੋ। ਇਸ ਦੇ ਨਾਲ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਲਾਈਵ ਦੇਖ ਸਕਦੇ ਹੋ। ਲਾਈਵ ਪ੍ਰੋਗਰਾਮ ਆਪਣੇ ਮੋਬਾਈਲ ਫੋਨ ਤੇ ਦੇਖਣ ਲਈ ਸਾਡੇ ਐਪਲੀਕੇਸ਼ਨ ਆਪਣੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਸਾਡਾ ਐਪ ਹਮਦਰਦ ਟੀਵੀ ਡਾਊਨਲੋਡ ਕਰੋ, ਔਰ ਨਾਲ ਦੀ ਨਾਲ ਸਾਰੇ ਪ੍ਰੋਗਰਾਮ ਤੁਸੀਂ ਲਾਈਵ ਦੇਖ ਸਕਦੇ ਹੋ। ਦਰਸ਼ਕੋ, ਕਿਹਾ ਜਾਂਦਾ ਕਿ ਜੋ ਵੀ ਜਵਾਨ ਭਾਰਤੀ ਫੌਜ ਦੇ ਵਿੱਚ ਭਰਤੀ ਹੁੰਦਾ ਹੈ, ਉਸ ਦੀ ਚੰਗੀ ਜ਼ਿੰਦਗੀ ਬਸਰ ਹੁੰਦੀ ਹੈ। ਜੇਕਰ ਉਹ ਭਾਰਤੀ ਫੌਜ ਦੇ ਵਿੱਚ ਸ਼ਹੀਦ ਵੀ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਸਾਡੀਆਂ ਸਰਕਾਰਾਂ ਬਹੁਤ ਕੁਝ ਦਿੰਦੀਆਂ। ਸਰਕਾਰਾਂ ਉਸ ਦੇ ਪਰਿਵਾਰ ਨੂੰ ਸ਼ਹੀਦ ਹੋਣ ਤੋਂ ਬਾਅਦ ਪਰਿਵਾਰ ਨੂੰ ਨੌਕਰੀ ਦਿੰਦੀਆਂ, ਵੱਡੇ ਮਾਣ ਭੱਤੇ ਦਿੰਦੀਆਂ, ਮਾਲੀ ਤੌਰ 'ਤੇ ਸਹਾਇਤਾ ਸਰਕਾਰਾਂ ਕਰਦੀਆਂ। ਜੇਕਰ ਉਹ ਫੌਜੀ ਜਵਾਨ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਉਂਦਾ ਤਾਂ ਉਹ ਸਾਰੀ ਜ਼ਿੰਦਗੀ ਚੰਗੀ ਰੋਟੀ ਖਾ ਸਕਦਾ ਹੈ, ਉਹਦੇ ਪੈਨਸ਼ਨ ਚੱਲਦੀ ਹੈ, ਉਹਨੂੰ ਹਰ ਸਹੂਲਤ ਮਿਲਦੀ ਹੈ। ਅੱਗੇ ਉਹ ਪਰਿਵਾਰ ਦੇ ਵਿੱਚ ਆ ਕੇ ਜੇ ਉਸ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਵੀ ਉਸ ਦੇ ਪਰਿਵਾਰ ਨੂੰ ਉਹਦੀ ਪੈਨਸ਼ਨ ਮਿਲਦੀ ਹੈ ਅਤੇ ਉਹਦੀਆਂ ਜਿਹੜੀਆਂ ਸਹੂਲਤਾਂ ਲਗਾਤਾਰ ਸਰਕਾਰ ਜਾਰੀ ਰੱਖਦੀ ਹੈ। ਪਰ ਅਸੀਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੰਡਿਆਣੀ 'ਚ ਪਹੁੰਚੇ ਹਾਂ, ਜੋ ਕਿ ਜਗਰਾਉਂ ਤਹਿਸੀਲ ਦੇ ਵਿੱਚ ਪੈਂਦਾ। ਇੱਥੋਂ ਦਾ ਇੱਕ ਜਵਾਨ 1962 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੁੰਦਾ ਹੈ। 1962 ਦੇ ਵਿੱਚ ਉਹ ਫੌਜ 'ਚ ਦੁਸ਼ਮਣਾਂ ਦੇ ਨਾਲ ਲੜਦਾ ਹੈ। 1962 ਦੇ ਵਿੱਚ ਚੀਨ ਦੇ ਨਾਲ ਜੰਗ ਲੱਗਦੀ ਹੈ ਭਾਰਤ ਦੀ, ਔਰ ਉਸ ਸਮੇਂ ਵੀ ਦੁਸ਼ਮਣਾਂ ਦੇ ਦੰਦ ਖੱਟੇ ਕਰਦਾ ਹੈ। ਇਸ ਤੋਂ ਬਾਅਦ 1965 ਦੇ ਵਿੱਚ ਭਾਰਤ ਔਰ ਪਾਕਿਸਤਾਨ ਦੀ ਜੰਗ ਲੱਗਦੀ ਹੈ। ਉਸ ਸਮੇਂ ਵੀ ਉਹ ਬਹਾਦਰ ਜਵਾਨ ਲੜਦਾ ਹੈ ਦੇਸ਼ ਦੀ ਖਾਤਰ, ਹੱਦਾਂ ਸਰਹੱਦਾਂ 'ਤੇ ਦੇਸ਼ ਦੀ ਖਾਤਰ ਲੜਦਾ ਹੈ, ਉੱਥੇ ਡਿਊਟੀ ਕਰਦਾ ਹੈ, ਉੱਥੇ ਪਹਿਰਾ ਦਿੰਦਾ ਹੈ, ਉੱਥੇ ਜੀ ਜਾਨ ਲਾ ਕੇ ਇਮਾਨਦਾਰੀ ਦੇ ਨਾਲ ਡਿਊਟੀ ਕਰਦਾ ਹੈ। ਪਰ 1969 ਦੇ ਵਿੱਚ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ, ਉਹ ਸ਼ਹੀਦੀ ਪਾ ਜਾਂਦਾ ਹੈ। ਪਰ ਉਸ ਤੋਂ ਬਾਅਦ ਪਰਿਵਾਰ ਨੂੰ ਕੀ ਮਿਲਦਾ ਹੈ ਕਿ ਪਰਿਵਾਰ ਨੂੰ ਉਸ ਦੀ ਸ਼ਹੀਦੀ ਦਾ ਮੁੱਲ ਪਾਇਆ ਗਿਆ, ਪਰਿਵਾਰ ਨੂੰ ਕੁਛ ਸਰਕਾਰ ਨੇ ਦਿੱਤਾ। ਅਸੀਂ ਇਹ ਸਾਰੀ ਗੱਲਬਾਤ ਕਰਨ ਲਈ ਔਰ ਸਭ ਕੁਝ ਜਾਣਨ ਲਈ ਪਰਿਵਾਰ ਕੋਲ ਪਹੁੰਚੇ ਹਾਂ। ਸਾਡੇ ਨਾਲ ਉਸ ਵੀਰ ਜੋ ਸ਼ਹੀਦ ਹੋਇਆ ਫੌਜ ਦੇ ਵਿੱਚ, ਗਰਮੇਲ ਸਿੰਘ, ਉਹਨਾਂ ਦੀ ਭੈਣ ਭਗਵੰਤ ਕੌਰ ਨਾਲ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਭੈਣੇ, ਵੀਰ ਗੁਰਮੇਲ ਸਿੰਘ ਫੌਜ ਦੇ ਵਿੱਚ ਭਰਤੀ ਹੋਇਆ 1962 ਤੁਸੀਂ ਦੱਸਿਆ, ਜੰਗ ਵੀ ਲੱਗੀ, ਉਦੋਂ ਵੀ ਲੜੇ, 1965 'ਚ ਵੀ ਲੜੇ। ਕੀ ਉਦੋਂ ਦੇ ਹਾਲਾਤ ਕੀ ਸੀਗੇ ਜੀ? ਉਦੋਂ ਵੀਰ ਸਾਡਾ ਬਹੁਤ ਵਧੀਆ ਘਰ ਸੀ। ਮੇਰੇ ਫਾਦਰ ਪੁਲਿਸ ਸੀਗੇ ਪਹਿਲਾਂ, ਜਦੋਂ ਪਾਕਿਸਤਾਨ ਸੀਗਾ 1947 'ਚ। ਉਹ ਵੰਡ ਤੋਂ ਬਾਅਦ ਇੱਧਰ ਆਏ। ਫਿਰ ਮੇਰੇ ਫਾਦਰ ਨੂੰ ਕਿਉਂਕਿ ਇੱਧਰ ਡਿਊਟੀ ਦਿੱਤੀ ਗਈ। ਸਾਡਾ ਵਧੀਆ ਕਾਰੋਬਾਰ ਸੀ, ਦੁਕਾਨ ਸੀ ਸਾਡੀ ਮੁੱਲਾਪੁਰ, ਮੇਰੇ ਤਾਈ ਦੀ ਆੜਤ ਦੇ ਪ੍ਰਧਾਨ ਸੀ। ਵਧੀਆ ਕਾਰੋਬਾਰ ਕਰਕੇ ਸਾਡਾ ਵਧੀਆ ਗੁਜ਼ਾਰਾ ਚੱਲਦਾ ਸੀਗਾ। ਫਿਰ ਮੇਰਾ ਵੀਰ ਬੜਾ ਭਰਤੀ ਹੋਇਆ, ਉਸ ਤੋਂ ਬਾਅਦ ਛੋਟਾ ਭਰਤੀ ਹੋਇਆ। ਵੀਰ ਦੀ 1969 'ਚ ਡੈਥ ਹੋ ਗਈ। ਪਰ ਉਸ ਸਮੇਂ ਦੀ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਸਿਵਾਏ ਥੋੜ੍ਹੀ ਜਿਹੀ ਪੈਨਸ਼ਨ ਤੋਂ ਬਾਅਦ। ਉਹ ਵੀ ਮੇਰੇ ਫਾਦਰ ਨੂੰ 3 ਮਹੀਨੇ ਬਾਅਦ ਮਿਲ ਜਾਂਦੀ ਸੀ ਪੈਨਸ਼ਨ। ਥੋੜ੍ਹੀ ਜਿਹੀ ਪੈਨਸ਼ਨ ਮਿਲੀ। ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਤੁਹਾਨੂੰ 10 ਕਿੱਲੇ ਜ਼ਮੀਨ ਦੇਵਾਂਗੇ, ਪਰ ਸਾਨੂੰ ਕੁਛ ਵੀ ਨਹੀਂ ਦਿੱਤਾ ਗਿਆ। ਮੇਰੇ ਫਾਦਰ ਦੀ 1995 'ਚ ਡੈਥ ਹੋ ਗਈ। ਉਸ ਤੋਂ ਬਾਅਦ ਮੇਰੀ ਮਦਰ ਨੂੰ ਪੈਨਸ਼ਨ ਮਿਲਦੀ ਸੀ। ਪੈਨਸ਼ਨ ਵਧੀ ਜਦੋਂ ਕਾਰਗਿਲ ਦੀ ਲੜਾਈ ਹੋਈ ਥੋੜ੍ਹੀ ਜਿਹੀ, ਫਿਰ ਉਹਨਾਂ ਨੇ ਪੈਨਸ਼ਨ ਵਧਾਈ ਬਸ। ਉਸ ਤੋਂ ਬਾਅਦ ਸਾਨੂੰ ਕੋਈ ਵੀ ਫੌਜੀ ਸਹੂਲਤ ਨਹੀਂ ਮਿਲੀ ਜੋ ਮੇਰੇ ਭਰਾ ਨੂੰ ਮਿਲਣੀ ਚਾਹੀਦੀ ਸੀ। ਹਾਂਜੀ, ਮੇਰਾ ਭਰਾ ਦੇਸ਼ ਲਈ ਸ਼ਹੀਦ ਹੋਇਆ ਸੀ। ਕਮ ਸੇ ਕਮ ਸਾਨੂੰ ਬਣਦੀ ਸਰਕਾਰ ਸਹੂਲਤ ਤਾਂ ਦਿੰਦੀ। ਉਸ ਤੋਂ ਬਾਅਦ ਮੇਰਾ ਛੋਟਾ ਭਰਾ ਭਰਤੀ ਹੋਇਆ, ਉਹਨੇ 65 ਤੇ 71 ਦੀ 2 ਲੜਾਈਆਂ ਲੜੀਆਂ। 87 'ਚ ਪੈਨਸ਼ਨ ਆਇਆ। ਉਸ ਤੋਂ ਬਾਅਦ ਉਹਦੀ ਮਿਸਿਜ ਬਿਮਾਰ ਹੋ ਗਈ, ਉਹਦੀ 98 'ਚ ਕੈਂਸਰ ਨਾਲ ਡੈਥ ਹੋ ਗਈ। ਉਸ ਤੋਂ ਪਹਿਲਾਂ 95 'ਚ ਮੇਰੀ ਫਾਦਰ ਦੀ ਡੈਥ ਹੋਈ, 98 'ਚ ਮੇਰੀ ਭਰਜਾਈ ਦੀ ਹੋ ਗਈ। ਚਲੋ ਪਰਿਵਾਰ ਔਖਾ ਸੌਖਾ ਪਾਲਿਆ, ਉਹਨਾਂ ਨੇ ਬੱਚੇ ਪਾਲੇ ਕੀਤੇ। ਮੇਰੀ ਭਤੀਜੀ ਦੀ ਉਹਨਾਂ ਨੇ ਮੈਰਿਜ ਕੀਤੀ।
ਉਹਦੀ ਉਹਦੇ ਹਸਬੰਡ ਦੀ ਡੈਥ ਹੋ ਗਈ 2009 ਚ। 2011 ਚ ਮੇਰੇ ਜਿਹੜੀ ਭਤੀਜੀ ਸੀ ਉਹਦੀ ਵੀ ਡੈਥ ਹੋ ਗਈ। ਉਸ ਤੋਂ ਬਾਅਦ ਮੇਰਾ ਵੀਰ ਤੇ ਮੇਰਾ ਰਹਿ ਗਿਆ ਭਤੀਜਾ ਇੱਕ। 2017 ਨੂੰ ਲੋਹੜੀ ਵਾਲੇ ਦਿਨ ਮੇਰੇ ਛੋਟੇ ਵੀਰੇ ਦੀ ਵੀ ਡੈਥ ਹੋ ਗਈ। ਫਿਰ ਮੇਰਾ ਭਤੀਜਾ ਇਕੱਲਾ ਰਹਿ ਗਿਆ। ਫਿਰ ਮੇਰਾ ਇੱਕ ਬ੍ਰਦਰ ਜਿਹੜਾ ਮੇਰੀ ਸਿਸਟਰ ਕੋਲ ਰਹਿੰਦਾ ਸੀ ਹੈਦਰਾਬਾਦ, ਉਹਨੂੰ ਅਸੀਂ ਉਹਦੇ ਲਈ ਦੇਖਭਾਲ ਲਈ ਬੁਲਾਇਆ। ਪਰ ਦੀਵਾਲੀ 5 ਨਵੰਬਰ ਨੂੰ ਦੀਵਾਲੀ ਦੇ ਨੇੜੇ ਮੇਰੇ ਭਤੀਜੇ ਦੀ ਵੀ ਡੈਥ ਹੋ ਗਈ। ਸਾਡਾ ਹੱਸਦਾ ਵਸਦਾ ਪਰਿਵਾਰ ਸਭ ਉਜੜ ਗਿਆ। ਸਾਡੇ ਘਰ ਦੇ 7 ਜੀ ਚਲੇ ਗਏ। ਇਹਨੇ 7 ਜੀਆਂ ਦੀ ਮੌਤ ਹੋ ਗਈ ਇਕੱਲੇ ਕਰਕੇ ਥੋੜੇ ਟਾਈਮ 'ਚ। ਕੀ ਕਾਰਨ ਹੋਇਆ? ਬਾਈ ਤਾਂ ਗਰਮੇਲ ਸ਼ਹੀਦ ਹੋ ਗਿਆ ਫੌਜ ਦੇ ਵਿੱਚ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਪਰ ਦੂਜੇ ਪਰਿਵਾਰਕ ਮੈਂਬਰਾਂ ਨੂੰ ਕੀ ਹੋਇਆ? ਕਿਵੇਂ ਉਹਨਾਂ ਦੀ ਐਂ ਮੇਰੇ ਫਾਦਰ ਥੋੜੇ ਟਾਈਮ 'ਚ ਡੈਥ ਹੁੰਦੀ? ਮੇਰਾ ਫਾਦਰ ਸਾਡੇ ਕੋਲ ਗਿਆ ਸੀਗਾ, ਮੇਰਾ ਬ੍ਰਦਰ ਉਹਨੂੰ ਲੈਣ ਗਿਆ, ਮੇਰੇ ਸੋਨ ਛੱਡਣ ਆਉਂਦੇ ਸੀਗੇ ਲੁਧਿਆਣੇ ਮਿਲਕ ਪਲਾਂਟ ਕੋਲੇ ਆ ਕੇ ਉਹਨੇ ਸਿਰਫ ਪਾਣੀ ਪੀਤਾ, ਪਾਣੀ ਪੀਣ ਸਾਰ ਉਹਦੀ ਡੈਥ ਹੋ ਗਈ। ਤੇ ਅਟੈਕ ਹੋਇਆ ਕੁਛ ਸਮਝ ਲਓ ਨਾ, ਉਹਦਾ ਡੈਥ ਹੋਈ। ਜਿਹੜਾ ਸਵੇਰ ਦਾ ਫੋਨ ਆ ਨਾ, ਸਾਨੂੰ ਹਲੇ ਵੀ ਗੋਲੀ ਵਾਂਗੂ ਲੱਗਦਾ, ਕਿਉਂਕਿ ਸਾਨੂੰ ਹਮੇਸ਼ਾ ਹੀ ਸਵੇਰੇ ਫੋਨ ਜਾਂਦਾ ਹੁੰਦਾ। ਮੇਰੇ ਬ੍ਰਦਰ ਦੀ ਡੈਥ ਹੋਈ, ਮੇਰੇ ਮਦਰ ਦੀ ਹੋਈ, ਤੜਕਸਾਰ ਫੋਨ ਜਾਂਦਾ ਹੁੰਦਾ ਵੀ ਆ ਜਾਓ, ਆਹ ਗੱਲ ਹੋ ਗਈ। ਮੇਰੇ ਭਰਜਾਈ ਬਾਰੀ ਵੀ ਸਵੇਰੇ ਗਿਆ, ਮੇਰੀ ਮਦਰ ਬਾਰੀ ਵੀ ਸਵੇਰੇ ਗਿਆ, ਮੇਰੇ ਬ੍ਰਦਰ ਬਾਰੀ ਵੀ ਸਵੇਰੇ ਗਿਆ। 10 ਦਿਨ ਅਸੀਂ ਪਹਿਲਾਂ ਆ ਕੇ ਗਏ, ਚੰਗਾ ਭਲਾ ਠੀਕ ਠਾਕ ਸੀਗਾ। ਉਸ ਦੂਸਰੇ ਸਾਰੇ ਚਲੇ ਜਾਂਦਾ ਫੋਨ ਵੀ ਆ ਜਾਓ, ਡੈਥ ਹੋ ਗਈ। ਮੇਰੇ ਭਤੀਜੇ ਵਾਰੀ ਵੀ ਸਵੇਰੇ ਫੋਨ ਗਿਆ। 3 ਦਿਨ ਪਹਿਲਾਂ ਅਸੀਂ ਮੇਰੀ ਸਿਸਟਰ ਤੇ ਮੈਂ ਆ ਕੇ ਗਏ, ਚੰਗਾ ਭਲਾ ਸੀ। ਤੀਜੇ ਦਿਨ ਉਸ ਦਿਨ ਸਾਨੂੰ ਪਤਾ ਲੱਗਿਆ ਕਿ ਉਹਦੀ ਮੇਰੇ ਬ੍ਰਦਰ ਨੇ ਫੋਨ ਕੀਤਾ ਕਿ ਥੋੜ੍ਹਾ ਢਿੱਲਾ। ਮੈਂ ਕਿਹਾ ਚੱਲ ਵੀ ਦੇਖ ਲੈ, ਕਦੋਂ ਮੈਂ ਆ ਜਾਊਂਗੀ। ਚੱਲ ਉਸ ਦਿਨ ਤਾਂ ਸਾਨੂੰ ਸੋਮਵਾਰ ਨੂੰ ਫੋਨ ਚੱਲ ਗਿਆ, 5 ਨਵੰਬਰ ਨੂੰ 18 ਨੂੰ ਵੀ ਉਹਦੀ ਡੈਥ ਹੋ ਗਈ। ਪਤਾ ਨਹੀਂ ਪਰਮਾਤਮਾ ਨਾ ਕਿਉਂ ਸਾਡੇ ਮਗਰ ਪਿਆ ਹੈ, ਮੌਤਾਂ ਤੇ ਮੌਤਾਂ, ਮੌਤਾਂ ਤੇ ਮੌਤਾਂ। ਅਸੀਂ ਥੱਕ ਗਏ ਹਾਂ। ਬਹੁਤ ਔਖਾ ਭੈਣੇ। ਤਾਂ ਦਰਸ਼ਕੋ, ਭੈਣ ਦੱਸਦੀ ਹੈ ਕਿ ਜਦੋਂ ਵੀ ਚੜ੍ਹਦੀ ਸਵੇਰ ਨੂੰ ਪੇਕਿਆਂ ਦੇ ਪਿੰਡ ਤੋਂ ਫੋਨ ਜਾਂਦਾ ਹੈ ਤਾਂ ਸਾਨੂੰ ਗੋਲੀ ਵਰਗਾ ਲੱਗਦਾ ਕਿ ਫੋਨ ਸਾਡੇ ਗੋਲੀ ਵੱਜਦੀ ਆ ਸੀਨੇ 'ਚ। ਮਾੜੀ ਖਬਰ ਆਉਣ ਦਾ ਫੋਨ ਆਉਂਦਾ ਹੈ, ਕਿਉਂਕਿ 7 ਮੌਤਾਂ ਹੋਈਆਂ ਪਰਿਵਾਰ ਦੇ ਵਿੱਚ, ਅਤੇ 7 ਦੀਆਂ 7 ਮੌਤਾਂ ਦਾ ਜਿਹੜਾ ਸੁਨੇਹਾ ਮੈਸੇਜ ਸਵੇਰੇ ਇਸ ਭੈਣ ਨੂੰ ਮਿਲਦਾ ਰਿਹਾ। ਭੈਣੇ, ਬਾਈ ਗਰਮੇਲ ਹੋਣੇ ਸ਼ਹੀਦ ਹੋਏ ਫੌਜ ਦੇ ਵਿੱਚ, ਕਿਵੇਂ ਸ਼ਹੀਦ ਹੋਏ? ਕੀ ਕਾਰਨ ਬਣਿਆ? ਜੰਗ ਲੜਦੇ ਸ਼ਹੀਦ ਹੋਏ ਜਾਂ ਉੱਥੇ ਕੀ ਕਾਰਨ ਬਣੇ ਸੀ? ਵੀ ਸਾਨੂੰ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਬੰਬ ਹੁੰਦਾ, ਮਾਇਨ ਜਿਹਨੂੰ ਕਹਿੰਦੇ ਨੇ, ਵੀ ਉਹ ਦੱਬੀਆਂ ਹੋਈਆਂ ਸੀ, ਉਹ ਕੱਢਦੇ ਸੀਗੇ, ਵੀ ਉਹ ਚੱਲੀ ਆ, ਉਹਦੇ 'ਚ 3 ਬੰਦੇ ਮਰੇ ਸੀ। ਇਹ ਇੱਕ ਇਹਦੇ ਨਾਲ ਜਿਹਦੀ ਬਣੀ ਹੈ, ਇੱਕ ਕੋਈ ਹੋਰ ਸੀ, 3 ਬੰਦੇ ਮਰੇ ਸੀ। ਵੀਰ ਮੇਰੇ ਦੇ ਸਿਰ 'ਤੇ ਹਾਰਟ 'ਤੇ ਲੱਗੀ ਸੀ, 2 ਉਹ ਜਿਹੜੇ ਦੂਏ ਸੀ ਉਹਨਾਂ 'ਤੇ ਲੱਤਾਂ ਬਾਹਾਂ ਵੀ ਉੱਡ ਗਈਆਂ ਸੀ। ਇੱਕ ਦਾ ਇਹ ਜਿਹਦੇ ਵੀਰ ਨਾਲ ਸ਼ਹੀਦ ਹੋਈ, ਇਹਦਾ ਫਾਦਰ ਸਾਡੇ ਘਰੇ ਵੀ ਆ ਕੇ ਗਿਆ ਸੀ, ਜਿਹਦੀ ਡੈਥ ਹੋਈ ਸੀ ਉਹ ਬਜ਼ੁਰਗ ਸਾਡੇ ਘਰ ਆ ਕੇ ਗਿਆ ਸੀ। ਕਿਉਂਕਿ ਸਾਨੂੰ ਤਾਂ ਨਾ ਉਹਦੀ ਕੋਈ ਲਾਸ਼ ਮਿਲੀ। ਹੁਣ ਤਾਂ ਫੌਜੀਆਂ ਦਾ ਪੂਰੇ ਸਨਮਾਨਾਂ ਨਾਲ ਸੰਸਕਾਰ ਹੁੰਦਾ, ਸਭ ਕੁਛ ਹੁੰਦਾ। ਅਸੀਂ ਤਾਂ ਉਹਦੀ ਸ਼ਕਲ ਵੀ ਨਹੀਂ ਦੇਖੀ, ਨਾ ਉਹਦੀ ਲਾਸ਼ ਆਈ। ਸਾਨੂੰ ਤਾਂ 1.5 ਮਹੀਨੇ ਬਾਅਦ ਹਸਤੀਆਂ ਮਿਲੀਆਂ ਸੀਗੀਆਂ। 1.5 ਮਹੀਨੇ ਤੋਂ ਬਾਅਦ ਭੋਗ ਪਾਇਆ, 1.5 ਮਹੀਨੇ ਤੋਂ ਬਾਅਦ ਫਿਰ ਉਹਦੀਆਂ ਹਸਤੀਆਂ ਅਸੀਂ ਤਾਰੀਆਂ ਸੀਗੀ। 1.5 ਮਹੀਨਾ ਭੈਣੇ ਪਤਾ ਹੀ ਨਹੀਂ ਲੱਗਾ ਕਿ ਸਾਡਾ ਭਰਾ ਸ਼ਹੀਦ ਹੋ ਗਿਆ। ਇੱਥੇ ਟੈਲੀਗ੍ਰਾਮ ਆਈ, ਮੇਰੀ ਮੰਮੀ ਘਰ ਸੀ, ਮੇਰੇ ਫਾਦਰ ਨਹੀਂ ਸੀ ਇੱਥੇ। ਉਹ ਮੇਰੇ ਮਦਰ ਘਰ ਲੈ ਕੇ ਫਿਰ ਗਈ, ਕਿਸੇ ਨੇ ਸਾਨੂੰ ਦੱਸਿਆ ਨਹੀਂ। ਸਾਨੂੰ ਪੜ੍ਹਨਾ ਨਹੀਂ ਆਉਂਦਾ, ਸ਼ਾਮ ਨੂੰ ਮੇਰੇ ਚਾਚਾ ਜੀ ਗੁਰਦੁਆਰੇ ਪਾਠ ਕਰ ਦਿੰਦੇ ਸੀ। ਉਹ ਆਏ ਕਹਿੰਦੀ ਮੇਰੇ ਸਿਆਂ ਚਿੱਠੀ ਆਈ ਹੈ, ਕੋਈ ਪੜ੍ਹਦਾ ਹੀ ਨਹੀਂ ਹੈਗਾ। ਫਿਰ ਚਾਚਾ ਜੀ ਨੇ ਦੱਸਿਆ, ਕਹਿੰਦਾ ਮੇਰੀ ਮੰਮੀ ਦਾ ਤੇਜ ਕੁਛ, ਕਹਿੰਦਾ ਤੇਜ ਕਰੇ ਆਪਾਂ ਲੁੱਟੇ ਗਏ, ਵੀ ਗਰਮੇਲ ਦੀ ਡੈਥ ਹੋ ਗਈ। ਮੈਂ ਦੁਪਹਿਰ ਤੋਂ ਸ਼ਾਮ ਤੱਕ ਸਾਨੂੰ ਕਿਸੇ ਨੇ ਪੜ੍ਹ ਕੇ ਨਹੀਂ ਸੁਣਾਈ ਟੈਲੀਗ੍ਰਾਮ, ਵੀ ਕਿਵੇਂ ਦੱਸੀ ਇਹਨਾਂ ਨੂੰ। ਇੱਥੋਂ ਫਿਰ ਪਤਾ ਲੱਗ ਗਿਆ ਸੀ, ਪੜ੍ਹ ਲਿਆ ਸੀ ਵੀ ਗਰਮੇਲ ਸ਼ਹੀਦ ਹੋ ਗਿਆ, ਦੱਸਦਾ ਨਹੀਂ ਸਾਨੂੰ। ਹਾਂਜੀ, ਦੁਪਹਿਰ ਤੋਂ ਆਹੀ ਚਿੱਠੀ 12 ਵਜੇ ਡਾਕ ਆ ਜਾਂਦੀ ਆ। ਸ਼ਾਮ 5-6 ਵਜੇ ਜਾ ਕੇ ਮੇਰੇ ਚਾਚਾ ਜੀ ਨੇ ਫਿਰ ਸਾਨੂੰ ਪੜ੍ਹ ਕੇ ਦੱਸਿਆ ਕਿ ਆਹ ਗੱਲ ਹੋ ਗਈ। ਫਿਰ ਦੁਬਾਰਾ ਮੁੜ ਗਈ, ਫਿਰ ਦੁਬਾਰਾ ਅਸੀਂ ਟੈਲੀਗ੍ਰਾਮ ਉਹਦੀ ਯੂਨਿਟ ਨੂੰ ਕੀਤੀ। ਉੱਥੇ ਫਿਰ ਉਹਨਾਂ ਨੇ ਸਾਨੂੰ ਦੁਬਾਰਾ ਕਿਹਾ ਕਿ ਮੇਰੇ ਤਾਏ ਜੀ ਕਹਿੰਦੇ ਵੀ ਨਹੀਂ ਗਲਤ ਮੁੱਲਾ ਵੱਲੋਂ ਟੈਲੀਗ੍ਰਾਮ ਕੀਤੀ। ਉਦੋਂ ਕਿਹੜਾ ਫੋਨ ਹੁੰਦਾ ਸੀ। ਫਿਰ ਉਹ ਟੈਲੀਗ੍ਰਾਮ ਦਾ ਜਵਾਬ ਆਇਆ ਵੀ ਨਹੀਂ ਇਹ ਗੱਲ ਠੀਕ ਆ, ਕਿਉਂਕਿ ਲਾਸ਼ ਉਦੋਂ ਕੋਈ ਸਾਧਨ ਨਹੀਂ ਸੀ, ਲਾਸ਼ ਕਿੱਥੋਂ ਨਹੀਂ ਸੀ, ਲਾਸ਼ ਆਈ ਨਹੀਂ। ਫਿਰ 1.5 ਮਹੀਨੇ ਬਾਅਦ ਹਸਤੀਆਂ ਆਈਆਂ। ਫਿਰ 1.5 ਮਹੀਨੇ ਬਾਅਦ ਮੇਰੇ ਵੀਰ ਦਾ ਭੋਗ ਪਾਇਆ। ਫਿਰ ਮੇਰੇ ਫਾਦਰ ਦੀਆਂ ਹਸਤੀਆਂ ਤਾਰ ਕੇ ਆਏ। 1.5 ਮਹੀਨਾ ਘਰ 70 ਰੁਪਏ 26 ਰਿਹਾ। ਭੈਣੇ, ਜਦੋਂ ਬਾਈ ਗਰਮੇਲ ਹੋਣੇ ਸ਼ਹੀਦ ਹੋਏ ਆ, ਕਿਹੜੀ ਯੂਨਿਟ ਸੀ? ਕਿੱਥੇ ਇਹਨਾਂ ਦੀ ਸ਼ਹੀਦੀ ਕਿੱਥੇ ਹੋਈ ਹੈ ਜੀ? ਸਿੱਕਮ 'ਚ ਹੋਈ ਆ ਜੀ, ਸਿੱਕਮ ਚਾਈਨਾ ਦੇ ਬਾਰਡਰ 'ਤੇ। ਬੰਗਾਲ ਇੰਜੀਨੀਅਰ ਸੀ ਇਹਨਾਂ ਦੀ। ਹਾਂਜੀ, ਲੈਸਨੈਕ ਸੀਗਾ ਇਹ। ਹਾਂਜੀ, ਕੱਲੀਆਂ ਅਸਥੀਆਂ ਪਹੁੰਚੀਆਂ ਘਰੇ, ਤੁਸੀਂ ਆਖਰੀ ਵਾਰ ਵੀਰ ਦੇ ਦਰਸ਼ਨ ਵੀ ਨਹੀਂ ਕਰ ਸਕੇ? ਨਹੀਂ ਦੇਖਿਆ ਹੀ ਨਹੀਂ, ਕਿਉਂਕਿ ਛੁੱਟੀ ਕੱਟ ਕੇ ਗਏ ਨੂੰ ਵੀ ਕਈ ਮਹੀਨੇ ਹੋ ਗਏ ਸੀਗੇ। ਉਦੋਂ ਕਹਿੰਦਾ ਸੀ ਕਿ ਉਹਦਾ ਚਿੱਠੀ ਆਉਂਦੀ ਸੀ, ਮੈਂ ਛੁੱਟੀ ਆਊਂਗਾ। ਵੀਰ ਮੇਰਾ ਨਹਾ ਕੇ ਤੌਲੀਆ ਨੀਕਰ ਟੈਚੀ 'ਚ ਉਵੇਂ ਗਿੱਲਾ ਆਇਆ ਸੀ ਸਾਡੇ ਘਰ, ਗਿੱਲਾ ਨੀਕਰ ਉਵੇਂ ਤੌਲੀਆ ਰੱਖ ਕੇ। ਹਾਲਾਂਕਿ ਮੇਰੇ ਵੀਰ ਦੀ ਡਿਊਟੀ ਵੀ ਨਹੀਂ ਹੈਗੀ ਸੀਗੀ। ਮੇਰੇ ਆਪਣੇ ਦੋਸਤ ਨੂੰ ਕਹਿੰਦਾ ਰਾਤ ਮੈਨੂੰ ਸੁਪਨਾ ਆਇਆ ਕਿ ਮੈਨੂੰ 4 ਜਣੇ ਲੈਣ ਆਇਆ। ਉਹ ਕਹਿੰਦਾ ਗਰਮੇਲ ਜਾਈ ਨਾ, ਕਹਿੰਦਾ ਲੈ ਹੋਣ ਲੱਗਿਆ ਤਾਂ ਬਸ ਫਿਰ ਜਾਣ ਸਾਰ ਉਹ ਮੁੰਡੇ ਉਹਨੂੰ ਲੱਗਦੇ ਸੀ, ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀ। ਉਵੇਂ ਪਰਨਾ ਬੰਨ੍ਹਿਆ ਟ੍ਰੇਨਿੰਗ ਦੇਣ ਲੱਗ ਗਿਆ ਜਾ ਕੇ। ਉਹ ਪਤਾ ਨਹੀਂ ਕਿਤੇ ਕਿਵੇਂ ਚੱਲੀ ਕਿਵੇਂ ਨਹੀਂ ਚੱਲੀ, ਉਹ ਤਾਂ ਕਿੰਨੀ ਬਰੂਦ ਵਾਲੀ ਹੁੰਦੀ ਹੈ। ਬਸ ਉਹਦੀ ਜਿਆਦਾ ਡੈਥ ਹੋ ਗਈ। ਤੁਸੀਂ ਭੈਣੇ ਦੱਸਦੇ ਸੀ ਬਾਈ ਗਰਮੇਲ ਦੇ ਭਰਤੀ ਹੋਣ ਤੋਂ ਪਹਿਲਾਂ ਤੁਹਾਡਾ ਚੰਗਾ ਕਾਰੋਬਾਰ ਸੀ, ਆੜ੍ਹ ਦਾ ਕਾਰੋਬਾਰ ਸੀ। ਫਾਦਰ ਸਾਹਿਬ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਸੀ, ਚੰਗਾ ਤਾਇਆ ਜੀ ਆੜ੍ਹਤੀ ਯੂਨੀਅਨ ਪ੍ਰਧਾਨ ਸੀ। ਮੇਰੇ ਫਾਦਰ ਦੀ ਦੁਕਾਨ ਸੀ ਪਰਜੂਨ ਦੀ ਮੁੱਲਾਪੁਰ।
ਚੰਗਾ ਕਾਰੋਬਾਰ। ਹਾਂਜੀ, ਮੇਰੇ ਫਾਦਰ ਸਰਪੰਚ ਵੀ ਰਹੇ 15-20 ਸਾਲ ਸਰਪੰਚ ਨੇ। ਬਹੁਤ ਵਧੀਆ ਸਾਡੇ ਘਰੋਂ ਤਾਂ ਜਿਵੇਂ ਕਹਿੰਦੇ ਕੁੱਤੇ ਰਾਜਾ ਅਸੀਂ ਨਿਕਲਦੇ ਸੀ। ਬਹੁਤ ਅੱਡੇ ਵਾਲੇ ਕਹਿੰਦੇ ਸੀ ਸਾਡੀ ਪਿੰਡ 'ਚ ਇੱਕ ਕਿਸਮ ਦਾ ਨਾਂ ਸੀਗਾ ਕਿਸੇ ਵੇਲੇ ਸਾਡੇ ਪਿੰਡ 'ਚ ਸਾਡਾ। ਹਾਂਜੀ, ਇੰਨਾ ਵਧੀਆ ਸਾਡਾ ਕਾਰੋਬਾਰ ਸੀ। ਪਤਾ ਨਹੀਂ ਵੀਰ ਦੀ ਕਿਸਮਤ ਦਾ ਸੀਗਾ, ਜਿਉਂ ਇਹਦੀ ਡੈਥ ਹੋਈ ਜਿਉਂ ਮਤਲਬ ਚੀਜ਼ ਘਟਣ ਲੱਗੀ ਘਟ ਹੀ ਗਿਆ ਸਾਰਾ ਕੁਝ। ਹਾਂ, ਪਰਿਵਾਰ ਕੱਲਾ ਕਰਕੇ ਜਾਨੀ ਨੂਨ ਦੀ ਤਰ੍ਹਾਂ ਖੁਰਦਾ ਗਿਆ। ਸੁਰ ਗਿਆ ਜੀ। ਹਾਂਜੀ, ਸੁਰ ਗਿਆ। ਸਾਰੀਆਂ 7 ਜੀ ਤੁਰ ਗਏ ਘਰੇ। ਉਹ ਛੋਟੇ ਦਾ ਤਾਂ ਨਾਂ ਨਿਸ਼ਾਨ ਨਹੀਂ ਰਿਹਾ, ਘਰ ਵਾਲੀ ਵੀ ਮਰ ਗਈ, ਬੱਚੇ ਵੀ ਮਰ ਗਏ, ਉਹਦਾ ਤਾਂ ਨਾਂ ਨਿਸ਼ਾਨ ਨਹੀਂ ਰਿਹਾ ਦੁਨੀਆ ਤੇ। ਅੱਛਾ ਜੀ। 2 ਬੇਟਾ ਬੇਟੀ ਸੀ, ਉਹ ਵੀ ਮਰ ਗਏ, ਘਰ ਵਾਲੀ ਵੀ ਮਰ ਗਈ, ਆਪ ਵੀ ਮਰ ਗਏ। ਹੁਣ ਇਹ ਇਕੱਲਾ ਭਾਈ ਰਹਿ ਗਿਆ। ਇੱਕੋ ਹੀ ਆਏਗਾ, ਸਹੀ ਹੈ। ਇਹਨੇ ਵੀ ਮੈਰੀ ਨਹੀਂ ਕਰਾਈ ਹੋਈ, 60 ਸਾਲ ਦਾ ਵਿਚਾਰਾ। ਇੱਥੇ ਦੇਖੋ, ਇੱਥੇ ਪਿੰਡਾਂ 'ਚ ਰੌਲਾ ਇਹ ਕਾਂਗਰਸ ਹੈ ਕਰ ਲਈ ਹੈ ਨਾ, ਪੈਨਸ਼ਨ ਲੱਗ ਸਕਦੀ ਹੈ, ਕੋਈ ਹੋਰ ਸਹੂਲਤ ਸਰਕਾਰ ਦੇਵੇ, ਕੁਛ ਵੀ ਨਹੀਂ ਹੈਗਾ। ਉਹ ਵੀ ਨਹੀਂ ਕੁਛ ਹੈਗਾ, ਕੋਈ ਕਮਾਈ ਦਾ ਸਾਧਨ ਨਹੀਂ। ਜੋਬ ਕਰਦਾ ਸੀ, ਉਹ ਵੀ ਛੁੱਟ ਗਈ ਲੋਕਡਾਊਨ ਕਰਕੇ। ਹੁਣ ਬੰਦਾ ਕਿੱਥੋਂ ਰੋਟੀ ਖਾਵੇ। ਭੈਣੇ ਬਹੁਤ ਵੱਡੀ ਕੁਰਬਾਨੀ ਹੈ ਬਾਈ ਗੁਰਮੇਲ ਹੋਣਾ ਦੀ। 1962 ਜਦੋਂ ਭਰਤੀ ਹੋਏ ਉਦੋਂ ਹੀ ਉਹ ਜਾ ਕੇ ਜਿਹੜਾ ਜੰਗ ਲੜੀ ਆ, 1965 ਦੀ ਜੰਗ ਲੜੀ ਆ, ਬਹੁਤ ਵੱਡੀ ਕੁਰਬਾਨੀ ਆ। ਤੇ ਚਲੋ 1969 'ਚ ਜਾ ਕੇ ਸ਼ਹੀਦੀ ਪਾ ਗਿਆ। ਸਰਕਾਰ ਨੇ ਕਿੰਨਾ ਕੁ ਮੁੱਲ ਪਾਇਆ? ਸਰਕਾਰਾਂ ਕਹਿੰਦੇ ਬਹੁਤ ਪੈਸਾ ਦੇ ਦਿੰਦੀਆਂ ਜੀ, ਸ਼ਹੀਦਾਂ ਪਰਿਵਾਰਾਂ ਨੂੰ ਇੰਨਾ ਪੈਸਾ ਦਿੰਦੀਆਂ, ਨੌਕਰੀ ਦਿੰਦੀਆਂ, ਸਭ ਕੁਝ ਦਿੰਦੀਆਂ। ਉਹਨਾਂ ਦੇ ਸ਼ਹੀਦੀ ਦਾ ਮੁੱਲ ਕਹਿੰਦੇ ਸਰਕਾਰ ਬਹੁਤ ਪਾਉਂਦੀ। ਕਿੰਨਾ ਕੁ ਮੁੱਲ ਪਾਇਆ? ਨਾ, ਸਾਨੂੰ ਸਿਰਫ ਮੇਰੇ ਫਾਦਰ ਨੂੰ ਪੈਨਸ਼ਨ ਮਿਲੀ ਸੀ, ਥੋੜੀ ਜਿਹੀ ਲੱਗੀ ਸੀਗੀ, ਉਹ ਵੀ 3 ਮਹੀਨੇ ਬਾਅਦ ਮਿਲਦੀ ਸੀ। ਕੁਛ ਨਹੀਂ, ਹੋਰ ਕੁਛ ਨਹੀਂ ਸਾਨੂੰ ਮਿਲਿਆ। ਨਾ ਕੋਈ ਨੌਕਰੀ ਮਿਲੀ, ਨਾ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜ਼ਮੀਨ ਦੇਵਾਂਗੇ, ਨਾ ਸਾਨੂੰ ਕੋਈ ਜ਼ਮੀਨ ਮਿਲੀ, ਨਾ ਕੋਈ ਹੋਰ ਸਹੂਲਤ, ਸਾਨੂੰ ਕੁਛ ਨਹੀਂ ਮਿਲੀ ਹੈਗੀ। ਕੁਛ ਨਹੀਂ ਉਹਨਾਂ ਨੇ ਸਾਨੂੰ ਦਿੱਤਾ। ਹਾਂਜੀ, ਮੇਰੇ ਫਾਦਰ ਨੂੰ ਮਿਲਦੀ ਸੀ ਪੈਨਸ਼ਨ, ਉਦੋਂ ਬਾਅਦ ਮੇਰੀ ਮਦਰ ਨੂੰ ਲੱਗੀ ਬਸ। 95 ਤੋਂ 95 ਤੱਕ ਮੇਰੇ ਫਾਦਰ ਨੇ ਲਈ, 69 ਤੋਂ 95 ਤੋਂ 2010 ਤੱਕ ਮੇਰੀ ਮਦਰ ਨੇ ਲਈ। 10 ਮੇਰੀ ਮਦਰ ਦੀ ਡੈਥ ਹੋ ਗਈ। ਉਦੋਂ ਬਾਅਦ ਤਾਂ ਫਿਰ ਬੰਦ ਹੋਣੀ ਸੀ, ਕਿਸੇ ਨੂੰ ਨਹੀਂ ਲੱਗਣੀ ਸੀ ਇਹ। ਭੈਣੇ ਤੁਹਾਡੇ ਨਾਲ ਵੱਡੇ ਵਾਅਦੇ ਕੀਤੇ ਗਏ, ਬਾਈ ਹੁਣੇ ਸ਼ਹੀਦ ਹੋਏ, ਆਸਤੀਆਂ 1.5 ਮਹੀਨੇ ਬਾਅਦ ਆਈਆਂ, ਤੁਸੀਂ ਦੁਬਾਰਾ ਕਿਤੇ ਗਏ ਨਹੀਂ ਸਰਕਾਰੀ ਦਰਬਾਰੇ, ਕਿਸੇ ਮੰਤਰੀ ਕੋਲੇ, ਅਧਿਕਾਰੀ ਕੋਲੇ, ਕਿ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਕਿ ਸ਼ਹੀਦ ਦਾ ਮੁੱਲ ਪਾਉਂਗੇ, ਪਾਇਆ ਨਹੀਂ, ਕਦੇ ਯਾਦ ਕਰਵਾਉਣ ਵਾਸਤੇ ਨਹੀਂ ਗਏ? ਵੀ ਜੀ ਅਸੀਂ 73 'ਚ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਜਿਹਨਾਂ ਸੈਨਿਕ ਬੋਰਡ ਵਾਲਿਆਂ ਨੂੰ ਨਾ, ਕਿ ਜੇ ਸਾਡੇ ਸਰਪੰਚ ਨੇ ਵੀ ਵੈਰੀਫਾਈ ਕੀਤਾ ਹੈ, ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਕਿੰਨੀ ਵਾਰੀ ਗਏ, ਕਿੰਨੀ ਵਾਰ ਚੱਕਰ ਲਾਏ, ਫਿਰ ਬਹਿ ਗਏ ਘਰੇ, ਕਿਉਂਕਿ ਸਾਡੀ ਕੋਈ ਪਹੁੰਚ ਨਹੀਂ ਸੀਗੀ। ਸਾਨੂੰ ਕੋਈ ਜਾਣ ਵਾਲਾ ਸੀ, ਵੀਰ ਮੇਰਾ ਦੂਆ ਫੌਜੀ ਸੀਗਾ, ਅਸੀਂ ਸਾਰੀਆਂ ਭੈਣਾਂ ਛੋਟੀਆਂ ਸੀਗੀ। ਹਾਂਜੀ, ਫਿਰ ਕੋਈ ਸੁਣਦਾ ਹੀ ਨਹੀਂ ਹੈਗਾ, ਕਿਉਂਕਿ ਜੇ ਕਿਸੇ ਐਪਲੀਕੇਸ਼ਨ ਦਾ ਮਤਲਬ ਹੁੰਦਾ ਵੀ ਸਾਡੀ ਸੁਣਵਾਈ ਹੋਵੇ। ਐਪਲੀਕੇਸ਼ਨ ਬਕਾਇਦਾ ਅਗਲੇ ਬਣਾ ਕੇ ਦਿੱਤੀ ਹੋਈ ਆ, ਕਿਸੇ ਨੇ ਸੁਣੀ, ਸਰਕਾਰ ਨੇ ਸੁਣੀ ਹੀ ਨਹੀਂ। ਹੁਣ ਸਾਡੀ ਕਿਹਨੇ ਸੁਣੀ? ਹੁਣ ਸਾਡੇ ਕੋਲ ਘਰੇ ਨਹੀਂ ਕੋਈ ਹੈਗਾ। 7 ਜੀ ਤੁਰ ਗਏ, ਕੋਈ ਘਰ ਦੀ ਵੋਟ ਨਹੀਂ, ਕੋਈ ਲੈਣਾ ਦੇਣਾ, ਕੋਈ ਘਰੇ ਤਾਂ ਆਊ ਜੇ ਵੋਟ ਮੰਗਣ ਆਊਗਾ, ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕਿਤੇ। ਚਲੋ ਪਰਮਾਤਮਾ ਕਰੇ। ਅਸੀਂ ਹੁਣ ਦੇਖੋ, ਹੁਣ ਪਹਿਲਾਂ 10 ਲੱਖ ਦਿੰਦੇ ਸੀ ਮਿਲਟਰੀ ਵਾਲਿਆਂ ਨੂੰ ਡੈਥ 'ਤੇ, ਹੈ ਨਾ, ਹੁਣ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਕਰਤਾ। ਅਸੀਂ ਤਾਂ ਕਹਿੰਦੇ ਹਾਂ ਸਾਰੇ ਵੀਰ ਸਹੀ ਸਲਾਮਤ ਰਹਿਣ, ਪਰ ਇਹ ਸਾਡਾ ਬਣਦਾ ਮੁਆਵਜ਼ਾ ਵੀ ਸਾਨੂੰ ਵੀ ਦਿੱਤਾ ਜਾਵੇ ਨਾ। ਸਾਡੇ ਵੀਰ ਨੇ ਵੀ ਤਾਂ ਸ਼ਹੀਦੀ ਪਾਈ ਆ। ਹੁਣ ਤੁਸੀਂ 50 ਲੱਖ ਦਿੰਦੇ ਹੋ, ਨਾਲ ਨੌਕਰੀਆਂ ਦਿੰਦੇ ਹੋ, ਪਿੰਡ ਦੇ ਗੇਟ ਬਣਾਉਂਦੇ ਹੋ, ਸਕੂਲਾਂ ਦੇ ਨੇਮ ਚੇਂਜ ਕਰਦੇ ਹੋ, ਸੜਕਾਂ ਬਣਾਉਂਦੇ ਹੋ। ਸਾਡੇ ਤਾਂ ਲਈ ਤਾਂ ਕੁਛ ਵੀ ਨਹੀਂ ਹੋਇਆ। ਸਾਡਾ ਭਰਾ ਸ਼ਹੀਦ ਨਹੀਂ ਸੀ ਹੋਇਆ, ਉਹਨੇ ਵੀ ਤਾਂ ਦੇਸ਼ ਲਈ ਕੁਰਬਾਨੀ ਦਿੱਤੀ ਸੀ ਨਾ। ਕਿੰਨੀ 1969 ਦੀ ਗੱਲ ਆ, ਕਿੰਨੇ ਸਾਲ ਹੋ ਗਏ? 52 ਸਾਲ ਹੋ ਗਏ ਸਾਨੂੰ ਤਰਸਦਿਆਂ ਨੂੰ ਵੀ। ਸ਼ਾਇਦ ਸਰਕਾਰ ਸਾਡੀ ਬਾਂਹ ਫੜੂ, ਸ਼ਾਇਦ ਸਾਡੇ ਸਰਕਾਰ ਫੜੂ, ਸਾਡੀ ਕਿਸੇ ਨੇ ਬਾਂਹ ਹੀ ਨਹੀਂ ਫੜੀ ਹੈਗੀ। ਹਾਂਜੀ, ਭੈਣੇ ਕੋਈ ਯਾਦਗਾਰ ਬਣਾਈ, ਕੋਈ ਸਟੈਚੂ ਬੁੱਤ ਬਣਾਇਆ, ਕੋਈ ਸਕੂਲ ਦਾ ਨਾਮ, ਕੋਈ ਧਰਮਸ਼ਾਲਾ ਦਾ ਨਾਮ, ਕੋਈ ਉਹਨਾਂ ਦੇ ਸੜਕ ਦਾ ਨਾਮ ਕੋਈ ਰੱਖਿਆ ਸਰਕਾਰ ਨੇ, ਯਾਦਗਾਰ ਬਣਾਈ? ਕੁਛ ਨਹੀਂ ਬਣਾਇਆ, ਕਿਸੇ ਨੇ ਕੁਛ ਨਹੀਂ ਬਣਾਇਆ। ਵੀਰ ਦੀ ਯਾਦਗਾਰ ਸਿਰਫ ਸਿੱਕਮ 'ਚ ਬਣੀ ਹੋਈ ਆ, ਜਿਹਦੀ ਮੈਂ ਤੁਹਾਨੂੰ ਫੋਟੋ ਦਿਖਾਈ ਆ, ਉਹਦੀ ਉੱਥੇ ਬਣਾਈ ਹੋਈ ਉਹਨਾਂ ਨੇ, ਮਿਲਟਰੀ ਵਾਲਿਆਂ ਨੇ। ਸਾਡੇ ਇੱਥੇ ਕੁਛ ਨਹੀਂ ਬਣਾਈ, ਪੰਜਾਬ 'ਚ ਕੋਈ ਵੀ ਨਹੀਂ ਹੈਗਾ ਉਹਦਾ। ਸਮਾਧ ਬਣੀ ਹੈ ਜਣੀ ਉੱਥੇ? ਹਾਂਜੀ, ਉੱਥੇ ਸਮਾਧ ਬਣੀ ਹੋਈ ਉੱਥੇ ਵੀਰ ਦੀ। ਇਹਨਾਂ ਨੇ ਕੁਛ ਨਹੀਂ ਬਣਾਇਆ, ਨਾ ਕੋਈ ਸਕੂਲ ਦਾ ਨਾਮ ਬਦਲਿਆ, ਨਾ ਕੋਈ ਸੜਕ ਬਣਾਈ, ਨਾ ਕੋਈ ਲਾਇਬ੍ਰੇਰੀ ਬਣਾਈ, ਨਾ ਕੋਈ ਬੁੱਤ ਲਾਇਆ, ਕੁਛ ਨਹੀਂ ਕੀਤਾ ਕਿਸੇ ਨੇ। ਹਾਂਜੀ ਭੈਣੇ ਘਰ ਦੇ ਹਾਲਾਤ ਕੀ ਆ ਹੁਣ? ਘਰ ਦੇ ਹਾਲਾਤ ਵੀਰ ਬਹੁਤ ਮਾੜੇ ਆ, ਕਿਉਂਕਿ 7 ਜੀ ਤੁਰ ਗਏ, ਇੱਕ ਬ੍ਰਦਰ ਰਹਿ ਗਿਆ, ਘਰ ਢਹਿਣ ਵਾਲਾ, ਕੋਈ ਆਮਦਨੀ ਦਾ ਸਾਧਨ ਨਹੀਂ, ਕੋਈ ਜ਼ਮੀਨ ਨਹੀਂ, ਹੈ ਨਾ। ਸਾਰਾ ਕਰਕੇ ਸਾਰਾ ਰੇਤੀ ਢੇਰੀ ਨੂੰ ਕਰ ਗਿਆ। ਤੋ ਜੋ ਹਾਲਾਤ ਉਹਦੇ ਸਾਹਮਣੇ ਨੇ ਜਿਹੜੇ ਹੈਗੇ ਨੇ। ਕੀ ਚਾਹੁੰਦੇ ਕੀ ਹੋ ਭੈਣੇ, ਕੀ ਹੋਣਾ ਚਾਹੀਦਾ? ਸਾਡੇ ਕੈਪਟਨ ਸਾਹਿਬ ਖੁਦ ਫੌਜੀ ਨੇ, ਕੈਪਟਨ ਰਹੇ ਨੇ ਫੌਜ ਦੇ ਵਿੱਚ, ਫੌਜੀਆਂ ਦਾ ਦਰਦ ਸਮਝਦੇ ਆ, ਪਰਿਵਾਰਾਂ ਦਾ ਦਰਦ ਦੁੱਖ ਸਮਝਦੇ ਆ। ਕੀ ਚਾਹੁੰਦੇ ਹੋ ਸਾਡੇ ਮੋਦੀ ਸਾਹਿਬ ਵੀ ਜਿਹੜਾ ਹਰ ਨਾਗਰਿਕ ਆ ਉਹ ਕੋਈ ਵੀ ਦੁਖੀ ਨਾ ਰਹੇ, ਖਾਸ ਕਰ ਜਿਹੜੇ ਭਾਰਤੀ ਫੌਜ ਦੇ ਜਵਾਨ ਆ, ਚਾਹੇ ਮੌਜੂਦਾ, ਚਾਹੇ ਡਿਊਟੀ ਕਰਦੇ ਆ, ਚਾਹੇ ਸ਼ਹੀਦ ਹੋਇਆ, ਉਹਨਾਂ ਦਾ ਪਰਿਵਾਰਾਂ ਦਾ ਖਿਆਲ ਬਹੁਤ ਰੱਖਦੇ ਆ। ਕੀ ਚਾਹੁੰਦੇ, ਕੀ ਹੋਣਾ ਚਾਹੀਦਾ? ਸਰਕਾਰ ਸਾਡੀ ਮਦਦ ਕਰੇ, ਸਾਡਾ ਘਰ ਬਣਾ ਦੇਵੇ, ਇਹਨੂੰ ਮਾੜੀ ਮੋਟੀ ਮੇਰੇ ਬ੍ਰਦਰ ਨੂੰ ਪੈਨਸ਼ਨ ਆ ਦੇਵੇ, ਆਪਦਾ ਰੋਟੀ ਤਾਂ ਖਾਵੇ। ਚਲੋ ਅਸੀਂ ਤਾਂ ਆਪਾਂ ਆਪਣੇ ਘਰ ਸਾਰੀਆਂ ਵਧੀਆ, 4 ਭੈਣਾਂ ਸੀ, ਆਪਦੇ ਘਰ ਵਧੀਆ, ਵੀ ਕਮ ਸੇ ਕਮ ਇਹ ਤਾਂ ਰੋਟੀ ਖਾਣ ਜੋਗਾ ਹੋਵੇ। ਘਰ ਦੇ ਹਾਲਾਤ ਸਾਡਾ ਘਰ ਹੀ ਬਣਾ ਦੇਣ, ਕਿਉਂਕਿ ਪ੍ਰਧਾਨ ਮੰਤਰੀ ਸਕੀਮ ਚੱਲਦੀ ਆ, ਉਹਦੇ 'ਚ 5-5 ਲੱਖ ਰੁਪਏ ਲੋਕਾਂ ਦੇ ਘਰ ਬਣਾਉਂਦੇ ਆ, ਉਹਦੇ 'ਚ ਹੀ ਬਣਾ ਦੇਣ। ਜੇ ਨਹੀਂ ਤਾਂ ਸਾਡਾ ਜੇ 50 ਲੱਖ ਨਹੀਂ ਤਾਂ ਕਮ ਸੇ ਕਮ ਜੋ ਪਹਿਲਾਂ ਦੀ 10-10 ਲੱਖ ਮਿਲਦਾ ਫੌਜੀਆਂ ਨੂੰ, ਸਾਨੂੰ ਵੀ ਮਿਲਣਾ ਚਾਹੀਦਾ ਜੀ। ਹਾਂਜੀ, ਯਾਨੀ ਕਿ ਤੁਹਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ? ਵਿਤਕਰਾ, ਹਾਂਜੀ ਵਿਤਕਰਾ ਹੀ ਹੈ। ਜੇ ਸਾਨੂੰ ਕੁਝ ਮਿਲਿਆ ਨਹੀਂ, ਵਿਤਕਰਾ ਹੀ ਹੈ। ਮੇਰੇ ਖਿਆਲ ਨਹੀਂ ਵੀ ਜਿਹੜੇ ਪਹਿਲਾਂ ਫੌਜੀ ਸ਼ਹੀਦ ਹੋਏ ਹੋਣਗੇ ਕਿਸੇ ਨੂੰ ਕੁਝ ਦਿੱਤਾ ਹੋਊ ਇਹਨਾਂ ਨੂੰ। ਵੀ ਇਹਦੇ ਨਾਲ 2 ਬੰਦੇ ਹੋਰ ਹੋਏ ਸੀਗੇ, ਉਹ ਇੱਕ ਜਿਹੜਾ ਬਾਬਾ ਜੀ ਦਾ ਹੁੰਦਾ ਭਜਨ ਸਿੰਘ,
ਉਹ ਵੀ ਵੀਰ ਦੇ ਨਾਲ ਸੀ। ਜਿਹੜੇ ਸ਼ਹੀਦ ਕਹਿੰਦੇ ਡਿਊਟੀ ਕਰਦੇ। ਹਾਂਜੀ ਉਹ ਸੀ। ਇੱਕ ਵੀਰਾ ਸੀ, ਵੀਰ ਸੀ, ਇੱਕ ਮੁੰਡਾ ਹਰਨਾਮ ਸਿੰਘ ਸੀ, 3 ਇਕੱਠੇ ਸ਼ਹੀਦ ਹੋਏ ਸੀ ਇਹ। ਉਹਦਾ ਹੁਣ ਤੱਕ ਸਨਮਾਨ ਕੀਤਾ ਜਾਂਦਾ। ਉਹਨੂੰ ਤਨਖਾਹ ਵੀ ਪੂਰੀ ਦਿੱਤੀ ਗਈ, ਹੁਣ ਉਹਨੂੰ ਪੈਨਸ਼ਨ ਵੀ ਲਾਈ ਗਈ ਆ, ਉਹਦਾ ਸਾਰਾ ਕੁਝ ਕੀਤਾ ਗਿਆ, ਉਹਦਾ ਮੰਦਿਰ ਬਣਾਇਆ, ਸਾਰਾ ਕੁਝ। ਲੋਕ ਉਹਨੂੰ ਪੂਜਦੇ ਆ ਵੀ ਉਹ ਡਿਊਟੀ ਕਰਦਾ ਹੈ ਨਾ, ਵੀ ਉਹਨੂੰ ਸਾਰਾ ਕੁਝ ਦਿੱਤਾ। ਹੁਣ ਉਹਨੂੰ ਪੈਨਸ਼ਨ ਦਿੱਤੀ ਆ, ਉਹਨੂੰ ਕੈਪਟਨ ਰੈਂਕ 'ਚ ਪੈਨਸ਼ਨ ਦਿੱਤੀ ਆ ਉਹਨੂੰ ਜੀ। ਉਹਨੂੰ ਸਾਰਾ ਕੁਝ ਦੇ ਕੇ ਤੋਰਿਆ ਹੁਣ। ਹਾਂਜੀ ਮੇਰੇ ਵੀਰ ਦੇ ਨਾਲ 3 ਬੰਦੇ ਸ਼ਹੀਦ ਹੋਏ ਸੀ। ਇੱਕ ਭਜਨ ਸਿੰਘ ਸੀ ਹੁਸ਼ਿਆਰਪੁਰ ਦਾ ਸੀ, ਇੱਕ ਹਰਨਾਮ ਸਿੰਘ ਸੀ ਉਹ ਅੰਬਾਲੇ ਦਾ ਸੀ, ਇੱਕ ਮੇਰਾ ਵੀਰ ਸੀ ਜਿਹੜਾ ਭਜਨ ਸਿੰਘ ਆ ਜੀ। ਉਹਦੀ ਤਾਂ ਉਹਨਾਂ ਨੇ ਬਕਾਇਦਾ ਮੰਦਿਰ ਬਣਾਇਆ ਹੈ, ਉਹਦੀ ਰੋਜ਼ ਬਾਦੀ ਧੁੱਲ ਕੇ ਆਉਂਦੀ ਸੀ ਕਿ ਉਹ ਡਿਊਟੀ ਕਰਦਾ, ਉੱਥੇ ਰਹਿੰਦਾ। ਉਹਨੂੰ ਹੁਣ ਉਹਨਾਂ ਨੇ ਪੈਨਸ਼ਨ ਕੀਤਾ ਜੀ, ਉਹਨੂੰ ਪੂਰੀ ਸਹੂਲਤ ਦਿੱਤੀ ਹੈ, ਸਾਰਾ ਕੁਝ। ਉਹਨੂੰ ਬਕਾਇਦਾ ਛੁੱਟੀ ਦਿੱਤੀ ਜਾਂਦੀ ਸੀ, ਉਹ ਆਉਂਦਾ ਸੀ। ਫਿਰ ਜਦੋਂ ਉਹਨਾਂ ਨੇ ਜਾਣਾ ਸੀ, ਉਹਨੂੰ ਬਕਾਇਦਾ ਗੱਡੀ ਸਟੇਸ਼ਨ 'ਤੇ ਜਾਂਦੀ ਸੀ, ਉਹਨੂੰ ਲੈ ਕੇ ਆਉਂਦੀ ਸੀ। ਉਹਦੇ ਪੂਰੇ ਉਹਨੂੰ ਕੈਪਟਨ ਉਹਨਾਂ ਨੇ ਰੈਂਕ 'ਚ ਉਹਨੂੰ ਪੈਨਸ਼ਨ ਦਿੱਤੀ ਹੈ ਜੀ। ਤੇ ਮੇਰਾ ਵੀਰ ਵੀ ਤਾਂ ਨਾਲ ਹੀ ਸ਼ਹੀਦ ਹੋਇਆ ਸੀਗਾ। ਸਾਡਾ ਕੀ ਗੁਨਾਹ ਕਿ ਸਾਨੂੰ ਸਰਕਾਰ ਨੇ ਸਿਰਫ 200-300 ਰੁਪਏ ਨਹੀਂ ਸਰਤਾ, ਉਹ ਵੀ 3 ਮਹੀਨੇ ਬਾਅਦ ਮਿਲਦੀ ਸੀ ਪੈਨਸ਼ਨ। ਇੱਥੇ ਵੀ ਨਹੀਂ ਸੀ ਮਿਲਦੇ ਸੀ, ਜਾਂਦੇ ਸੀ ਕਚਹਿਰੀਆਂ ਕੋਲ, ਡਾਕਖਾਨੇ 'ਚ। ਮੈਂ ਤੇ ਮੇਰਾ ਫਾਦਰ ਨੇ ਜਾਣਾ ਤਾਂ ਸਾਨੂੰ ਉੱਥੋਂ ਮਿਲਦੀ ਹੁੰਦੀ ਸੀ। ਅਸੀਂ ਇੰਨੇ ਧੱਕੇ ਖਾਦੇ, ਮੇਰੇ ਵੀਰ ਨੇ ਸਾਰੀ ਜ਼ਿੰਦਗੀ ਅਸੀਂ ਕੁਰਬਾਨ ਕਰਤੀ। ਸਾਨੂੰ ਵੀ ਤਾਂ ਸਰਕਾਰ ਸਾਡੇ ਵੱਲ ਦੇ ਕੇ ਕੁਛ ਸਾਡਾ ਘਰ ਬਣ ਜੇ, ਸਾਡੇ ਮਾਂ ਬਾਪ ਦਾ ਨਾਂ ਰਹਿ ਜੂ, ਉਹਦਾ ਸ਼ਹੀਦ ਦਾ ਨਾਂ ਰਹਿ ਜੂ। ਅਸੀਂ ਉਹਦੇ ਨਾਂ ਦਾ ਬੋਰਡ ਲਾਵਾਂਗੇ, ਇਹਦੇ ਘਰ ਬਣੂਗਾ ਤਾਂ ਉਹਦੇ ਨਾਂ ਦਾ ਬੋਰਡ ਲਾਵਾਂਗੇ, ਦੁਨੀਆ ਯਾਦ ਕਰੂਗੀ ਹੈ ਨਾ ਵੀ ਉਹ ਕਿਸੇ ਵੇਲੇ ਬੰਦਾ ਹੁੰਦਾ ਸੀਗਾ। ਹਾਂ ਤੁਸੀਂ ਕੈਪਟਨ ਸਾਹਿਬ ਨੂੰ ਖੁਦ ਨਹੀਂ ਮਿਲੇ ਕਿ ਤੁਹਾਨੂੰ ਕੋਈ ਉਮੀਦ ਬਾਕੀ ਨਹੀਂ ਬਚੀ? ਤੁਸੀਂ ਜਾਣਾ ਸੀ, ਮਿਲਣਾ ਸੀ, ਇੱਕ ਵਾਰ ਦੱਸ ਦਿਓ ਉਹਨਾਂ ਨੂੰ ਹਾਲਾਤ ਆਪਣੇ। ਨਹੀਂ ਜੀ ਮੈਂ ਗਈ ਨਹੀਂ ਹੈਗੀ। ਹਾਂਜੀ ਅਸੀਂ ਹੁਣ ਬੇਨਤੀ ਕਰ ਸਕਦੇ ਹਾਂ ਜੀ, ਸਾਡੇ ਘਰ ਦੇ ਹਾਲਾਤ ਦੇਖੋ, ਸਾਡੀ ਮਦਦ ਕਰੋ, ਸਾਡਾ ਘਰ-ਬਾਰ ਬਣੇ, ਮੇਰੇ ਵੀਰ ਦਾ ਵੀ ਨਾਂ ਰਹਿ ਜੇ ਦੁਨੀਆ ਤੇ। ਹਾਂਜੀ ਕਿਉਂਕਿ ਸਾਡਾ ਤਾਂ 7 ਪਰਿਵਾਰ ਤੁਰ ਗਏ, ਜਿੱਦਣ ਇਹ ਤੁਰ ਗਿਆ ਸਾਡਾ ਤਾਂ ਸਾਡੇ ਪਿੰਡ 'ਚੋਂ ਤਾਂ ਸਾਡਾ ਨਾਮ ਮੁੱਕ ਜੂ। ਕਮ ਸੇ ਕਮ ਜੇ ਉਹਦੇ ਨਾਂ ਤੇ ਮਕਾਨ ਬਣਿਆ, ਉਹ ਲੋਕ ਯਾਦ ਤਾਂ ਕਰਨਗੇ ਵੀ ਕਿਸੇ ਵੇਲੇ ਕੋਈ ਪਰਿਵਾਰ ਹੁੰਦਾ ਸੀ ਇੱਥੇ। ਬਿਲਕੁਲ ਜੀ। ਤਾਂ ਦਰਸ਼ਕੋ ਇਹ ਸੀ ਭੈਣ ਭਗਵੰਤ ਕੌਰ, ਜੋ ਭਾਰਤੀ ਫੌਜ ਦੇ ਜਵਾਨ ਗੁਰਮੇਲ ਸਿੰਘ ਜੋ ਚਾਈਨਾ ਬਾਰਡਰ ਤੇ ਸ਼ਹੀਦ ਹੋਏ, 1969 ਦੇ ਵਿੱਚ ਸ਼ਹੀਦ ਹੋਏ। ਉਹਨਾਂ ਦੇ ਨਾਲ 2 ਸਾਥੀ ਹੋਰ ਸ਼ਹੀਦ ਹੋਏ ਸੀ। ਇੱਕ ਸਾਥੀ ਭਜਨ ਸਿੰਘ ਸ਼ਹੀਦ ਹੋਇਆ ਸੀ, ਜਿਨ੍ਹਾਂ ਦਾ ਇੱਕ ਮੰਦਿਰ ਬਣਾਇਆ ਗਿਆ। ਉਹਨਾਂ ਨੂੰ ਸ਼ਹੀਦ ਹੋਣ ਤੋਂ ਬਾਅਦ ਵੀ ਡਿਊਟੀ ਤੇ ਤਾਇਨਾਤ ਰੱਖਿਆ ਗਿਆ। ਬਕਾਇਦਾ ਉਹਨਾਂ ਦੀ ਵਰਦੀ ਡਰੈਸ ਤਿਆਰ ਕਰਕੇ ਰੋਜ਼ਾਨਾ ਪ੍ਰੈਸ ਕਰਕੇ ਉੱਥੇ ਸਾਡੀ ਭਾਰਤੀ ਫੌਜ ਵੱਲੋਂ ਲਗਾਤਾਰ ਉੱਥੇ ਰੱਖ ਦਿੱਤੀ ਜਾਂਦੀ ਸੀ। ਉਹਨਾਂ ਨੂੰ ਡਿਊਟੀ ਤੇ ਮੌਜੂਦ ਮੰਨਿਆ ਜਾਂਦਾ ਸੀ। ਪਿਛਲੇ ਕੁਝ ਸਮੇਂ ਦੌਰਾਨ ਉਹਨਾਂ ਨੂੰ ਜਿਹੜਾ ਰਿਟਾਇਰਮੈਂਟ ਦਿੱਤੀ ਗਈ ਆ, ਰਿਟਾਇਰ ਕੀਤਾ ਗਿਆ। ਇਹ ਭੈਣ ਕਹਿੰਦੇ ਆ ਕਿ ਜੇਕਰ ਉਹ ਨਾਲ ਸ਼ਹੀਦ ਹੋਏ ਫੌਜੀ ਨੂੰ ਸ਼ਹੀਦ ਹੋਣ ਤੋਂ ਬਾਅਦ ਵੀ ਉਸ ਨੂੰ ਡਿਊਟੀ ਤੇ ਤਾਇਨਾਤ ਰੱਖਿਆ ਜਾਂਦਾ ਹੈ, ਉਸ ਦੀ ਪੂਰੀ ਤਨਖਾਹ ਪਰਿਵਾਰ ਨੂੰ ਦਿੱਤੀ ਜਾਂਦੀ ਹੈ, ਉਸ ਨੂੰ ਕੈਪਟਨ ਰੈਂਕ ਤੇ ਜਾ ਕੇ ਰਿਟਾਇਰਮੈਂਟ ਦਿੱਤੀ ਜਾਂਦੀ ਹੈ ਔਰ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ, ਉਸ ਦਾ ਪੂਰਾ ਮਾਣ ਸਨਮਾਨ ਕੀਤਾ ਜਾਂਦਾ। ਤੇ ਪਰ ਸਾਡਾ ਭਰਾ ਵੀ ਭਾਰਤੀ ਫੌਜ ਦੇ ਵਿੱਚ ਸ਼ਹੀਦ ਹੋਇਆ। ਸਾਡੇ ਭਾਰਤੀ ਫੌਜ ਦੇ ਵਿੱਚ ਭਰਾ ਦੀ ਸ਼ਹੀਦੀ ਦੇ ਨਾਲ ਵਿਤਕਰਾ ਕਿਉਂ? ਉਸ ਦਾ ਉਹ ਇਸ ਪਿੰਡ ਦੇ ਵਿੱਚ ਕੋਈ ਸਟੈਚੂ ਬੁੱਤ ਵੀ ਨਹੀਂ ਲਗਾਇਆ ਗਿਆ, ਕੋਈ ਸੜਕ ਦਾ ਨਾਮ ਵੀ ਨਹੀਂ ਰੱਖਿਆ ਗਿਆ, ਕੋਈ ਸਕੂਲ ਦਾ ਨਾਮ ਵੀ ਨਹੀਂ ਰੱਖਿਆ ਗਿਆ, ਕੋਈ ਯਾਦਗਾਰ ਵੀ ਨਹੀਂ ਸਾਰੀ ਗਈ। ਇਹ ਭੈਣ ਕਹਿੰਦੀ ਆ ਕਿ ਸਾਡੇ ਪਰਿਵਾਰ ਦੇ 7 ਮੈਂਬਰ ਇਕੱਲੇ ਕਰਕੇ ਇਸ ਸੰਸਾਰ ਤੋਂ ਸਦਾ ਲਈ ਕੂਚ ਕਰ ਗਏ। ਇਹ ਭੈਣ ਕਹਿੰਦੀ ਆ ਕਿ ਸਾਡੇ ਭਰਾ ਦੀ ਯਾਦ ਇਸ ਪਿੰਡ ਦੇ ਨਾਲ, ਇਸ ਸ਼ਹਿਰ ਦੇ ਨਾਲ ਜੁੜੀ ਰਹੇ, ਤਾਂ ਕਿ ਸਾਡੀ ਸਰਕਾਰ ਬਾਂਹ ਫੜੇ, ਸਾਡਾ ਕੋਈ ਘਰ-ਬਾਰ ਸਰਕਾਰ ਬਣਾ ਕੇ ਦੇਵੇ। ਤੁਸੀਂ ਉਸ ਵੀਰ ਗੁਰਮੇਲ ਸਿੰਘ ਜੋ ਸ਼ਹੀਦ ਹੋਇਆ ਭਾਰਤੀ ਫੌਜ ਦੇ ਵਿੱਚ, ਉਸ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਕਿਸ ਤਰ੍ਹਾਂ ਘਰ ਡਿੱਗਿਆ, ਢਹਿ ਢੇਰੀ ਹੋਇਆ, ਛੱਤ ਡਿੱਗੀ ਹੋਈ ਹੈ। ਉਸ ਦਾ ਛੋਟਾ ਭਰਾ ਇੱਥੇ ਇਕੱਲਾ ਰਹਿੰਦਾ ਔਰ ਦੂਸਰੇ ਭਾਈ ਦੀ ਮੌਤ ਹੋ ਗਈ, ਭਰਜਾਈ ਦੀ ਮੌਤ ਹੋ ਗਈ, ਭਤੀਜੇ ਦੀ, ਭਤੀਜੀ ਦੀ, ਭਰਜਾਈ ਦੀ ਮੌਤ ਹੋ ਗਈ, ਬਾਪ ਦੀ, ਮਾਂ ਦੀ, ਸਾਰਿਆਂ ਦੀ ਮੌਤ ਹੋ ਗਈ। ਇਹ ਘਰ ਹੱਸਦਾ ਵਸਦਾ ਅੱਜ ਖਾਲੀ ਹੋ ਗਿਆ ਘਰ। ਅੱਜ ਇਹ ਘਰ ਉਜੜਿਆ ਹੋਇਆ ਘਰ ਹੈ। ਇਸ ਘਰ ਦੀ ਛੱਤ ਡਿੱਗੀ ਹੋਈ ਹੈ। ਇਸ ਘਰ ਦੇ ਕੰਧਾਂ, ਦਰਵਾਜ਼ੇ ਰੋਂਦੇ ਨੇ। ਕਦੇ ਹੱਸਦਾ ਵਸਦਾ ਪਰਿਵਾਰ ਹੁੰਦਾ ਸੀ, ਅੱਜ ਇਹ ਘਰ ਬਿਲਕੁਲ ਖਾਲੀ ਹੈ। ਇੱਥੇ ਸਿਰਫ ਇੱਕ ਵੀਰ ਰਹਿ ਰਿਹਾ। ਇਹ ਭੈਣ ਕਹਿੰਦੀ ਹੈ ਕਿ ਸਰਕਾਰ ਸਾਡੀ ਬਾਂਹ ਜ਼ਰੂਰ ਫੜੇ, ਸਿਰਫ ਸਾਨੂੰ ਘਰ ਉਸਾਰ ਕੇ ਦੇਵੇ ਔਰ ਸਾਡੇ ਵੀਰ ਜੋ ਸ਼ਹੀਦ ਹੋਇਆ ਭਾਰਤੀ ਫੌਜ ਦੇ ਵਿੱਚ, ਉਸ ਦਾ ਬਣਦਾ ਮਾਣ ਸਨਮਾਨ ਸਾਡੀ ਭਾਰਤੀ ਜਿਹੜੀ ਸਰਕਾਰ ਹੈ ਭਾਰਤ ਦੀ ਔਰ ਪੰਜਾਬ ਸਰਕਾਰ ਹੈ, ਉਸ ਦਾ ਮਾਣ ਸਨਮਾਨ ਜ਼ਰੂਰ ਕਰੇ, ਉਸ ਦੀ ਕੋਈ ਯਾਦਗਾਰ ਜ਼ਰੂਰ ਉਸਾਰੇ ਔਰ ਇੱਕ ਸਾਨੂੰ ਘਰ ਬਣਾ ਕੇ ਜ਼ਰੂਰ ਦੇਵੇ। ਸੋ ਅੱਜ ਲਈ ਦਰਸ਼ਕੋ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।